ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀਆਂ ਜੇਲ੍ਹਾਂ ਸੁਧਾਰ ਕਰ ਜਾਂ ਵਿਗਾੜ ਕਰ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਪੰਜਾਬ ਦੀਆਂ ਜੇਲ੍ਹਾਂ ਅਕਸਰ ਕਿਸੇ ਨਾ ਕਿਸੇ ਘਟਨਾ ਨੂੰ ਜਾਂ ਕੋਈ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ ਚਰਚਾ 'ਚ ਰਹੀਆਂ ਨੇ, ਕਿਉਂਕਿ ਲਗਾਤਾਰ ਅਸੀਂ ਦੇਖਦੇ ਹਾਂ ਪੰਜਾਬ ਦੀਆਂ ਜੇਲ੍ਹਾਂ 'ਚ ਕੁੱਟਮਾਰ, ਨਸ਼ਿਆਂ ਦੀ ਸਪਲਾਈ, ਭ੍ਰਿਸ਼ਟਾਚਾਰ ਅਜਿਹੀ ਜਿਹੜੇ ਮਾਮਲੇ ਨੇ ਲਗਾਤਾਰ ਸਾਹਮਣੇ ਆ ਰਹੇ ਨੇ। ਅਤੇ ਅਜਿਹੀ ਘਟਨਾਵਾਂ ਨੂੰ ਦੇਖਦੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੰਘੇ ਦਿਨ ਐਲਾਨ ਕੀਤਾ ਵੀ ਅਸੀਂ ਪੰਜਾਬ ਦੇ ਵਿੱਚੋਂ VIP ਕਲਚਰ ਖਤਮ ਕਰਾਂਗੇ, ਪੰਜਾਬ ਦੀਆਂ ਜੇਲ੍ਹਾਂ ਦਾ ਸੁਧਾਰ ਕਰਾਂਗੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਮੁੱਖ ਮੰਤਰੀ ਕਿਸ ਤਰ੍ਹਾਂ ਦਾ ਸੁਧਾਰ ਕਰਨਾ ਚਾਹ ਰਹੇ ਨੇ ਜਾਂ ਉਹਨਾਂ ਦਾ ਐਲਾਨ ਜਿਹੜਾ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇੱਕ ਗੱਲ ਬੜੀ ਸਾਫ਼ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਦੇ ਵਿੱਚ ਆਈ ਹੈ। ਸੋ ਇੱਕ ਗੱਲ ਤਾਂ ਤੈਅ ਹੈ ਕਿ ਬਦਲਾਅ ਇਕੱਲਾ ਇਹ ਨਹੀਂ ਕਿ ਇਹਨਾਂ ਨੇ ਐਜੂਕੇਸ਼ਨ 'ਚ ਕਰਨਾ ਹੈ ਜਾਂ ਹੈਲਥ ਦੇ ਵਿੱਚ ਕਰਨਾ ਹੈ, ਬਲਕਿ ਇਹਨੇ ਸਮੁੱਚੇ ਪੰਜਾਬ ਦੇ ਵਿੱਚ ਇੱਕ ਬਦਲਾਅ ਦੀ ਜਿਹੜੀ ਮੂਵ ਹੈ ਉਹ ਖੜੀ ਕਰਨੀ ਹੈ, ਤਾਂ ਕਿ ਲੋਕਾਂ ਨੂੰ ਨਜ਼ਰ ਪਵੇ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਰਿਹਾ ਅਤੇ ਹੁਣ ਇਹ ਨਵੀਂ ਪਾਰਟੀ ਜਿਹੜੀ ਸੱਤਾ 'ਚ ਆਈ ਹੈ ਹੁਣ 'ਚ ਪੰਜਾਬ 'ਚ, ਅਤੇ ਇਹਨੇ ਇਹਨਾਂ ਐਂਗਲਾਂ ਤੋਂ ਜਾਂ ਇਹਨਾਂ ਖੇਤਰਾਂ ਦੇ ਵਿੱਚ ਨਵੇਂ ਜਿਹੜੀਆਂ ਘਾਲਣਾ ਕੀਤੀ ਹੈ ਔਰ ਚੀਜ਼ਾਂ ਨੂੰ ਮੋੜਾ ਦਿੱਤਾ ਹੈਗਾ। ਤਾਂ ਇਹ ਬਦਲਾਅ ਦੇ ਵਜੋਂ ਹੀ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੱਲ੍ਹ ਜਿਹੜੀ ਆਪਣਾ ਐਲਾਨ ਕੀਤਾ ਹੈ ਉਹ ਪੰਜਾਬ ਦੀਆਂ ਜੇਲ੍ਹਾਂ ਦੇ ਨਾਲ ਤਾਲੁਕ ਰੱਖਦਾ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚੋਂ ਇਹ ਚੀਜ਼ਾਂ ਅਸੀਂ ਖਤਮ ਕਰਾਂਗੇ। ਚਾਹੇ ਆਪਾਂ ਹਾਲ ਦੀ ਘੜੀ ਇਹ ਨਹੀਂ ਕਹਿ ਸਕਦੇ ਕਿ ਜੇਲ੍ਹਾਂ ਦੇ ਵਿੱਚ ਕੋਈ ਬਹੁਤ ਵੱਡਾ ਬਦਲਾਅ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ, ਪਰ ਜਿਹੜੀ ਸ਼ੁਰੂਆਤ ਹੋਣੀ ਉਹ 'ਤੇ ਪੰਜਾਬੀਆਂ ਦੀਆਂ ਨਜ਼ਰਾਂ ਜ਼ਰੂਰ ਲੱਗੀਆਂ ਹੋਣਗੀਆਂ ਕਿ ਕਿੱਥੇ ਕਿੱਥੇ ਬਦਲਾਅ ਦੀ ਸ਼ੁਰੂਆਤ ਹੈ ਜਿਹੜੀ ਉਹ ਇਸ ਪਾਰਟੀ ਨੇ ਕਦਮ ਰੱਖ ਲਿਆ, ਸ਼ੁਰੂਆਤ ਕਰ ਦਿੱਤੀ। ਅੱਗੇ ਥੋੜ੍ਹਾ ਸਮਾਂ ਦਿੱਤਾ ਜਾਏਗਾ, ਉਸ ਤੋਂ ਬਾਅਦ ਲੇਖਾ ਜੋਖਾ ਕੀਤਾ ਜਾਏਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ 1 ਸਾਲ ਦੇ ਵਿੱਚ ਜਾਂ 1.5 ਸਾਲ ਦੇ ਵਿੱਚ ਕਿਸ ਤਰ੍ਹਾਂ ਦੀਆਂ ਪ੍ਰਾਪਤੀਆਂ ਜਿਹੜੀਆਂ ਕੀਤੀਆਂ, ਕਿਸ ਕਿਸਮ ਦਾ ਬਦਲਾਅ ਆ ਜਿਹੜਾ ਲਿਆਂਦਾ ਹੈ। ਜੀ ਦੇਖੋ, ਜਿਸ ਤਰ੍ਹਾਂ ਆਪਾਂ ਜੇਲ੍ਹਾਂ ਦੀ ਗੱਲ ਕਰਦੇ ਹਾਂ ਤਾਂ ਪਹਿਲਾ ਮੁੱਖ ਮੰਤਰੀ ਨੇ ਇਹੀ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ ਅਸੀਂ ਜਿਹੜਾ VIP ਕਲਚਰ ਹੈ ਉਹਨੂੰ ਖਤਮ ਕਰਾਂਗੇ। ਜੀ ਦੇਖੋ, ਪੰਜਾਬ ਦਾ ਸੱਤਾ ਦਾ ਸਭ ਤੋਂ ਵੱਡਾ ਸੰਵਿਧਾਨਕ ਅਹੁਦਾ ਮੁੱਖ ਮੰਤਰੀ ਦਾ। ਬਿਲਕੁਲ। ਅਗਰ ਉਹ ਇਹ ਗੱਲ ਕਹਿ ਰਹੇ ਨੇ ਕਿ VIP ਕਲਚਰ ਖਤਮ ਕਰਾਂਗੇ ਤਾਂ ਇੱਕ ਗੱਲ ਸਾਫ਼ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ VIP ਕਲਚਰ ਚੱਲ ਰਿਹਾ ਸੀਗਾ। ਤਾਂ ਇਹ ਵੀ ਗੱਲ ਤੈਅ ਹੈਗੀ ਹੈ ਕਿ ਜਿਹੜਾ ਕਲਚਰ ਹੁੰਦਾ ਹੈ ਆਤਿਸ਼, ਚਾਹੇ ਉਹ VIP ਕਲਚਰ ਹੋਵੇ, ਚਾਹੇ ਜੇਲ੍ਹ ਕਲਚਰ ਹੋਵੇ, ਇੱਥੋਂ ਤੱਕ ਕਿ ਚਾਹੇ ਆਪਾਂ ਐਗਰੀਕਲਚਰ ਦੀ ਵੀ ਗੱਲ ਕਰ ਲਈਏ ਜੀ, ਤਾਂ ਇਸ ਨੂੰ ਰਾਤੋਂ ਰਾਤ ਹੈ ਜਿਹੜਾ ਉਹ ਅਸੀਂ ਬਦਲ ਨਹੀਂ ਸਕਦੇ, ਕਿਉਂ ਇੱਕ ਲੰਬੀ ਪ੍ਰਕਿਰਿਆ ਦਾ ਉਪਜ ਹੁੰਦਾ ਹੈ। ਤਾਂ ਇਹਨੂੰ ਹੌਲੀ ਹੌਲੀ ਸਲੋਲੀ ਅਸੀਂ ਚੇਂਜ ਹੈ ਜਿਹੜਾ ਕਰ ਸਕਦੇ ਜਾਂ ਮੋੜਾ ਪਾ ਸਕਦੇ ਆ। ਤਾਂ ਇੱਕ ਚੰਗੀ ਸ਼ੁਰੂਆਤ ਕਹੀ ਜਾ ਸਕਦੀ ਹੈ ਔਰ ਅਲਟੀਮੇਟਲੀ ਇਹਦੇ ਰਿਜ਼ਲਟ ਕੀ ਹੋਣਗੇ ਉਸ ਤੋਂ ਬਾਅਦ ਹੀ ਅਸੀਂ ਪੱਕੇ ਤੌਰ 'ਤੇ ਕੁਝ ਕਹਿ ਸਕਾਂਗੇ ਕਿ ਕਿੰਨਾ ਕੁ ਬਦਲਾਅ ਆਇਆ। ਤਾਂ ਇਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਿਹੜਾ VIP ਕਲਚਰ ਚੱਲ ਰਿਹਾ ਹੈ ਉਸ ਨੂੰ ਅਸੀਂ ਖਤਮ ਕਰ ਦੇਵਾਂਗੇ। ਇਹਦਾ ਮਤਲਬ ਕਿ ਕੁਛ ਖਾਸ ਕਿਸਮ ਦੇ ਜਿਹੜੇ ਬੰਦੀ ਹੈ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਕੋਈ VIP ਟਰੀਟਮੈਂਟ ਹੈ ਜਿਹੜਾ ਮਿਲਦਾ ਹੈ, ਜਾਂ ਆਪਾਂ ਕਹਿ ਦਈਏ ਸਮਾਜ ਦਾ ਜਿਹੜਾ ਸਰਦਾ ਪੁੱਜਦਾ ਤਬਕਾ ਹੈ ਜਿਹੜਾ ਕਿਸੇ ਗੁਨਾਹ ਦੇ ਵਿੱਚ ਜੇਲ੍ਹ ਚਲਾ ਗਿਆ ਉਹਨੂੰ ਜਿਹੜੀਆਂ ਇਹ ਸੁੱਖ ਸੁਵਿਧਾਵਾਂ ਜਾਂ ਸਹੂਲਤਾਂ ਜੇਲ੍ਹਾਂ ਦੇ ਵਿੱਚ ਹੈ ਉਹ ਮਿਲ ਰਹੀਆਂ ਨੇ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਜਿਹੜੇ VIP ਸੈੱਲ ਹੈ ਉਹਨਾਂ ਨੂੰ ਅਸੀਂ ਪ੍ਰਬੰਧਕੀ ਬਲਾਕਾਂ ਦੇ ਵਿੱਚ ਤਬਦੀਲ ਕਰ ਦੇਵਾਂਗੇ, ਇਸ ਤਰ੍ਹਾਂ ਦੀ ਗੱਲ ਕਹੀ ਹੈ। ਦੇਖੋ, ਕੋਈ ਟਾਈਮ ਸੀ ਪਹਿਲਾਂ ਜਿਹੜਾ ਸਾਡਾ ਪੰਜਾਬ ਜੇਲ੍ਹ ਮੈਨੂਅਲ ਹੈ 1894 ਦਾ, ਉਸ ਤੋਂ ਬਾਅਦ ਸੋਧ ਕਰਕੇ 1996 ਦਾ ਬਣਾਇਆ। 1996 ਵਾਲੇ ਜੇਲ੍ਹ ਮੈਨੂਅਲ ਦੇ ਵਿੱਚ ਵੀ ਜਿਹੜੀ ਕਲਾਜ਼ ਹੈ ਕਿ ਕੁਛ ਬੰਦੀਆਂ ਨੂੰ ਜਾਂ ਹਵਾਲਾਤੀਆਂ ਨੂੰ ਜਿਹੜੀ B ਕਲਾਸ ਲੱਗਦੀ ਸੀ ਉਹਦੇ ਲਈ ਇੱਕ ਕ੍ਰਾਈਟੇਰੀਆ ਤੈਅ ਸੀ ਕਿ ਉਹ ਕੋਈ ਸਮਾਜਿਕ ਰੁਤਬਾ ਹੋਵੇ, ਜਿਸ ਤਰ੍ਹਾਂ ਕੋਈ ਚੇਅਰਮੈਨ ਹੈ, ਐਕਸ ਚੇਅਰਮੈਨ ਹੈ, MP ਹੈ, ਐਕਸ MP ਹੈ, ਜਾਂ ਆਪਾਂ ਕਹਿ ਲਈਏ ਕੋਈ ਗ੍ਰੈਜੂਏਟ ਹੈ, ਪੋਸਟ ਗ੍ਰੈਜੂਏਟ ਹੈ। ਇਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਜਿਹੜੀ ਪਹਿਲਾਂ ਜੇਲ੍ਹਾਂ ਦੇ ਵਿੱਚ B ਕਲਾਸ ਲੱਗਦੀ ਹੁੰਦੀ ਸੀ, ਤਾਂ B ਕਲਾਸ ਵਾਲੇ ਕੈਦੀਆਂ ਨੂੰ ਜਿਹੜੀਆਂ ਸੁਵਿਧਾਵਾਂ ਆਮ ਕੈਦੀਆਂ ਜਾਂ ਬੰਦੀਆਂ ਨਾਲੋਂ
ਵੱਖਰੀਆਂ ਮਿਲਦੀਆਂ ਸੀ, ਜਿਹਦੇ ਵਿੱਚ ਉਹਨਾਂ ਨੂੰ ਕਹਿ ਦਿੰਦੇ ਸੀ, ਉਹਨਾਂ ਨੂੰ ਮੰਜਾ ਦੇ ਦਿੱਤਾ ਜਾਂਦਾ ਸੀ, ਕਿਉਂਕਿ ਨੋਰਮਲੀ ਤਾਂ ਥੜਿਆਂ ਦੇ ਵਿੱਚ ਸਾਰੇ ਜਿਹੜੇ ਬੰਦੀ ਆ ਉਹ ਪੈਂਦੇ ਨੇ, ਪਰ ਉਹਨਾਂ 'ਚ ਮੰਜੇ ਬਿਸਤਰੇ ਦਾ ਪ੍ਰਬੰਧ ਕੀਤਾ ਜਾਂਦਾ ਸੀ ਵੱਖਰੇ ਤੌਰ 'ਤੇ। ਅਤੇ ਉਸ ਤਰ੍ਹਾਂ ਉਹਨਾਂ ਨੂੰ ਅਖਬਾਰ ਪੜ੍ਹਨ ਲਈ ਦੇ ਦਿੱਤਾ ਜਾਂਦਾ ਸੀਗਾ। ਇਸ ਤਰ੍ਹਾਂ ਉਹਨਾਂ ਨੂੰ ਇੱਕ ਵੱਖਰਾ ਟੇਬਲ ਕੁਰਸੀ ਜਾਂ ਫਰਨੀਚਰ ਦੇ ਦਿੱਤਾ ਜਾਂਦਾ ਸੀ। ਅਤੇ TV ਵਗੈਰਾ ਦੀ ਹੁਣ ਦੀ ਤਾਂ TV ਵਗੈਰਾ ਦੀ ਵੀ ਕੋਈ ਸੁਵਿਧਾ ਵਿੱਚ ਐਡ ਹੋਏਗੀ। ਇਸ ਤਰ੍ਹਾਂ ਡਾਈਟ ਦੇ ਵਿੱਚ ਵੀ ਫਰਕ ਸੀਗਾ ਕਿ ਉਹਨਾਂ ਨੂੰ ਪਨੀਰ ਵਗੈਰਾ ਜਾਂ ਆਂਡਾ ਵਗੈਰਾ ਵੀ ਦਿੱਤਾ ਜਾਂਦਾ ਸੀਗਾ। ਇਹ ਚੱਲਦਾ ਰਿਹਾ ਇਸ ਤਰ੍ਹਾਂ 20 ਕਲਾਸ ਦਾ 2002 ਤੱਕ। ਉਸ ਤੋਂ ਬਾਅਦ ਕਿਸੇ ਨੇ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਕੀਤੀ ਕਿ ਜਦੋਂ ਜਿਹੜਾ ਕ੍ਰਿਮੀਨਲ ਹੈ ਉਹ ਕ੍ਰਿਮੀਨਲ ਹੈ, ਇੱਕ ਬਲਾਤਕਾਰੀ ਹੈ ਜਿਹੜਾ ਉਹ ਸਾਰੀਆਂ ਸੁੱਖ ਸੁਵਿਧਾਵਾਂ ਮਾਣ ਰਿਹਾ ਹੈ ਕਿਉਂਕਿ ਉਹ ਗ੍ਰੈਜੂਏਟ ਹੈ, ਦੂਸਰਾ ਅਨਪੜ੍ਹ ਹੈ, ਉਸ ਨੂੰ ਇਸ ਚੀਜ਼ ਤੋਂ ਵਾਂਝਾ ਰੱਖਿਆ ਜਾ ਰਿਹਾ। ਇਹ ਡਿਸਕ੍ਰਿਮੀਨੇਸ਼ਨ ਕਿਉਂ ਕੀਤੀ ਜਾਂਦੀ ਹੈ? ਅਪਰਾਧ ਜਗਤ ਦੇ ਵਿੱਚ ਜੋ ਵੀ ਗਿਆ, ਜਿਹੜਾ ਉਹਨੇ ਗੁਨਾਹ ਕੀਤਾ ਹੈ, ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਸੁੱਖ ਦਾ ਉਹਨੂੰ ਰੱਖਣ ਦੇ ਵਿੱਚ ਵਿਤਕਰਾ ਨਹੀਂ ਹੋਣਾ ਚਾਹੀਦਾ। ਸੁਪਰੀਮ ਕੋਰਟ ਨੇ 2002-03 ਦੇ ਵਿੱਚ ਇਹ ਸਾਰੀਆਂ ਚੀਜ਼ਾਂ 'ਤੇ ਜਿਹੜੀ ਰੋਕ ਲਗਾ ਦਿੱਤੀ ਸੀ। ਤਾਂ ਹੁਣ ਪ੍ਰੈਕਟੀਕਲੀ ਤਾਂ ਜਾਂ ਆਪਾਂ ਕਹਿ ਦਈਏ ਕਾਨੂੰਨਨ ਤਾਂ ਕਿਸੇ ਕਿਸਮ ਦੀ ਸੁਵਿਧਾ, ਇਸ ਕਿਸਮ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ ਜੇਲ੍ਹਾਂ ਦੇ ਵਿੱਚ ਕਿ ਕਿਸੇ ਨੂੰ VIP ਟਰੀਟਮੈਂਟ ਦਿੱਤਾ ਜਾਵੇ। ਪਰ ਪ੍ਰੈਕਟੀਕਲੀ ਇਹ ਸਾਰਾ ਕੁਛ ਚੱਲਦਾ ਸੀਗਾ ਕਿ ਜਿਹੜੇ ਪਹੁੰਚ ਵਾਲੇ ਲੋਕ ਨੇ ਜਾਂ ਜਿਨ੍ਹਾਂ ਦੀ ਕੋਈ ਆਪਦੀ ਸਿਆਸੀ ਪਹੁੰਚ ਹੈ, ਉਹਨਾਂ ਨੂੰ ਵੀ ਅਜੇ ਜੇਲ੍ਹਾਂ ਦੇ ਵਿੱਚ ਜਿਹੜੇ ਅਧਿਕਾਰੀ ਹੈ ਇਸ ਕਿਸਮ ਦੀਆਂ ਸੁੱਖ ਸੁਵਿਧਾਵਾਂ ਜਿਹੜੀਆਂ ਦਿੰਦੇ ਰਹੇ ਨੇ। ਇੱਕ ਗੱਲ ਤਾਂ ਇਹ ਸੀ। ਦੂਸਰੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਅਪਰਾਧੀ ਹੈ, ਗੈਂਗਸਟਰ ਹੈਗੇ ਨੇ, ਉਹਨਾਂ ਦਾ ਅਸੀਂ ਅੰਦਰੋਂ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਚਲਾਉਂਦੇ ਨੇ ਉਹਨਾਂ ਨੂੰ ਅਸੀਂ ਰੋਕਾਂਗੇ। ਦੇਖੋ ਜੇਲ੍ਹਾਂ ਨੂੰ ਇਸ ਤਰ੍ਹਾਂ ਦਾ, ਜੇਲ੍ਹਾਂ ਦਾ ਰੈਪੂਟੇਸ਼ਨ ਬਣ ਗਿਆ ਹੈਗਾ ਸਾਡੇ ਭਾਰਤ ਦੇ ਵਿੱਚ, ਤਾਂ ਜਿਹੜੇ ਅਪਰਾਧੀ ਲੋਕ ਹੈ ਉਹ ਸਾਰਿਆਂ ਨੂੰ ਸੇਫ ਜ਼ੋਨ ਹੈ ਜਿਹੜਾ ਉਹ ਜੇਲ੍ਹ ਨੂੰ ਮੰਨਦੇ ਨੇ। ਸਾਰੀਆਂ ਜਿਹੜੀਆਂ ਗਤੀਵਿਧੀਆਂ ਨੇ, ਹੋ ਸਕਦਾ ਬਾਹਰੋਂ ਉਨੀਆਂ ਓਪਰੇਟ ਨਾ ਹੁੰਦੀਆਂ ਹੋਣ ਜਿੰਨੀਆਂ ਜੇਲ੍ਹਾਂ ਦੇ ਵਿੱਚੋਂ ਹੁੰਦੀਆਂ ਨੇ। ਇਹ ਵੱਖ-ਵੱਖ ਤਫਤੀਸ਼ਾਂ ਦੇ ਵਿੱਚ, ਪੜਤਾਲਾਂ ਦੇ ਵਿੱਚ ਪੁਲਿਸ ਦੇ ਸਾਹਮਣੇ ਵੀ ਆ ਚੁੱਕਿਆ ਹੈਗਾ। ਕਿੰਨੀਆਂ ਫਰੌਤੀ ਦੀਆਂ ਘਟਨਾਵਾਂ, ਕਿੰਨੇ ਮਰਡਰ, ਕਿੰਨੀ ਗੈਂਗਵਾਰ, ਇਹ ਸਾਰੇ ਜਿਹੜਾ ਹੈ ਜੇਲ੍ਹਾਂ ਦੇ ਵਿੱਚੋਂ ਅੰਦਰੋਂ ਚੱਲਦਾ ਆ ਰਿਹਾ ਹੈ। ਤਾਂ ਉਹਨਾਂ ਨੇ ਕਿਹਾ ਕਿ ਇਸ ਚੀਜ਼ ਨੂੰ ਵੀ ਅਸੀਂ ਜਿਹੜਾ ਇਹਦਾ ਲਿੰਕ ਹੈ, ਇਹਦੀ ਕੜੀ ਹੈ, ਉਸ ਨੂੰ ਅਸੀਂ ਤੋੜਾਂਗੇ। ਤੀਸਰਾ ਉਹਨਾਂ ਨੇ ਕਿਹਾ ਕਿ ਅਸੀਂ ਜ਼ਿੰਮੇਵਾਰੀ ਤੈਅ ਕਰਾਂਗੇ ਕਿ ਜਿਹੜੇ ਅਧਿਕਾਰੀਆਂ ਜਿੱਥੇ ਵੀ ਇਹ ਜੇਲ੍ਹ ਦੇ ਵਿੱਚ ਪਾਇਆ ਜਾਏਗਾ, ਉਸ ਜੇਲ੍ਹ ਦਾ ਅਧਿਕਾਰੀ ਹੈ ਜਿਹੜਾ ਜ਼ਿੰਮੇਵਾਰ ਹੋਏਗਾ ਤਾਂ ਕਿ ਉਹਨਾਂ 'ਤੇ ਵੀ ਇੱਕ ਤਰ੍ਹਾਂ ਦਾ ਖੌਫ ਬਣਿਆ ਹੋਵੇ। ਇਹ ਗੱਲ ਠੀਕ ਵੀ ਹੈ। ਅਸੀਂ ਕਹਿੰਦੇ ਹਾਂ ਕਿ ਜਿਹੜੇ ਅਪਰਾਧੀ ਲੋਕ ਹੈ, ਕੋਈ ਉੱਥੇ ਦੁੱਧ ਧੋਤਾ ਤਾਂ ਜਾਂਦਾ ਨਹੀਂ ਜੇਲ੍ਹਾਂ ਦੇ ਵਿੱਚ। ਸਾਰੇ ਮੋਸਟਲੀ ਦੇਖਿਆ ਆਪਾਂ ਸਖਤ ਤੋਂ ਸਖਤ ਸਜ਼ਾ ਵਾਲੇ ਬਲਾਤਕਾਰੀਏ ਹੋਏ, ਤਸਕਰ ਹੋਏ ਜਾਂ ਕਾਤਲ ਹੋਏ, ਇਸ ਕਿਸਮ ਦੇ ਲੋਕ ਹੈ। ਤਾਂ ਇਹਨਾਂ 'ਤੇ ਸਖਤੀ ਵੀ ਹੋਣੀ ਚਾਹੀਦੀ ਹੈ ਇੱਕ ਹੱਦ ਤੱਕ। ਤਾਂ ਇਸ ਕਿਸਮ ਦਾ ਖੌਫ ਜੇ ਕੈਦੀਆਂ 'ਤੇ, ਬੰਦੀਆਂ 'ਤੇ ਬਣਨਾ ਜ਼ਰੂਰੀ ਹੈ, ਤਾਂ ਉੱਥੇ ਇਹਨਾਂ ਦੇ ਅਧਿਕਾਰੀਆਂ 'ਤੇ ਵੀ ਬਣਨਾ ਜ਼ਰੂਰੀ ਹੈ। ਉਹਨਾਂ ਨੂੰ ਵੀ ਲੱਗੇ ਕਿ ਅਸੀਂ ਜੇ ਕੋਈ ਇੱਦਾਂ ਦਾ ਕੋਈ ਗਲਤ ਐਕਟੀਵਿਟੀ ਕਰਾਂਗੇ ਜਾਂ ਜੇਲ੍ਹ ਦੇ ਅੰਦਰ ਵਿੱਚ ਗੈਰ ਕਾਨੂੰਨੀ ਕੋਈ ਐਕਟ ਨੂੰ ਸਹਿ ਦੇਵਾਂਗੇ ਜਾਂ ਆਪਣੀ ਸਰਪ੍ਰਸਤੀ ਦੇਵਾਂਗੇ ਤਾਂ ਸਾਡੇ 'ਤੇ ਇਹ ਐਕਸ਼ਨ ਆ ਸਕਦਾ ਹੈ। ਜਾਂ ਉਹ ਖੌਫ ਹੈ ਜਿਹੜਾ ਉਹ ਮੁਲਾਜ਼ਮਾਂ 'ਤੇ ਵੀ, ਅਫਸਰਾਂ 'ਤੇ ਵੀ, ਅਤੇ ਕੈਦੀਆਂ 'ਤੇ, ਬੰਦੀਆਂ 'ਤੇ, ਸਭ 'ਤੇ ਇਕੁਅਲ ਬਣਨਾ ਚਾਹੀਦਾ ਹੈ। ਜਿਹੜੀ ਲਾਸਟ ਉਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਅਸਲੀ ਰੂਪ ਦੇ ਵਿੱਚ ਸੁਧਾਰ ਘਰ ਬਣਾਵਾਂਗੇ। ਇਸ ਦਾ ਮਤਲਬ ਇਹ ਹੈ ਕਿ ਅੱਜ ਤੱਕ ਇਹ ਜਿਹੜੀਆਂ ਜੇਲ੍ਹਾਂ ਹੈ ਉਹਨਾਂ ਦੇ ਬਾਹਰ ਚਾਹੇ ਇਹ ਲਿਖਿਆ ਹੁੰਦਾ ਸੀ ਕਿ ਜੇਲ੍ਹ ਸੁਧਾਰ ਘਰ, ਪਰ ਪ੍ਰੈਕਟੀਕਲੀ ਉਹ ਸੁਧਾਰ ਘਰ ਨਹੀਂ ਸੀ। ਜੇ ਆਪਾਂ ਮੁੱਖ ਮੰਤਰੀ ਦੀ ਗੱਲ 'ਤੇ ਯਕੀਨ ਕਰੀਏ, ਉਹਨਾਂ ਨੇ ਕਿ ਉਹਨਾਂ ਨੂੰ ਅਸੀਂ ਪ੍ਰੈਕਟੀਕਲੀ ਸ਼ੇਪ ਦੇਵਾਂਗੇ, ਇਹ ਅਸਲ 'ਚ ਸੁਧਾਰ ਘਰ ਹੋਣਗੇ। ਤਾਂ ਇਹ ਕਹਿਣ ਨਾਲ ਆਤਿਸ਼ ਕੋਈ ਸੁਧਾਰ ਘਰ ਨਹੀਂ ਬਣ ਜਾਣਗੇ। ਇਹਦੇ ਵਾਸਤੇ ਬਹੁਤ ਵੱਡੀ ਪਹੁੰਚ ਹੈ ਸਾਨੂੰ ਜਿਹੜੀ ਰੱਖਣੀ ਪਏਗੀ। ਇੱਕ ਬਹੁਤ ਲੰਬੀ ਰਣਨੀਤੀ, ਇੱਕ ਪਾਲਿਸੀ ਹੈ ਜਿਹੜੀ ਉਹ ਅਖਤਿਆਰ ਕਰਨੀ ਹੋਏਗੀ ਸਰਕਾਰ ਨੂੰ। ਪੰਜਾਬ ਦੀਆਂ, ਆਪਾਂ ਦੇਸ਼ ਦੀਆਂ ਜੇਲ੍ਹਾਂ 'ਚ ਦੇਖੀਏ ਇਸ ਵੇਲੇ ਆਤਿਸ਼ 6 ਲੱਖ ਜਿਹੜੇ ਬੰਦੀ ਹੈ ਇਸ ਵੇਲੇ ਜੇਲ੍ਹਾਂ ਦੇ ਵਿੱਚ ਹੈਗੇ। ਸਭ ਤੋਂ ਜ਼ਿਆਦਾ UP ਦੇ ਵਿੱਚ 1,21,000 ਦੇ ਕਰੀਬ ਹੈ, ਉਹ 1 ਨੰਬਰ 'ਤੇ ਆਉਂਦਾ ਹੈ। ਹਰਿਆਣਾ ਸਾਡਾ ਇਹ 4ਥੇ ਨੰਬਰ 'ਤੇ ਆਉਂਦਾ ਹੈ। ਰਾਜਸਥਾਨ ਦੇ ਵਿੱਚ ਵੀ ਬਹੁਤ ਹੈਗੇ ਨੇ। ਪੰਜਾਬ ਦੇ ਵਿੱਚ ਵੀ ਸਾਡੇ ਇਸ ਵੇਲੇ ਅੱਜ ਦਾ ਅੰਕੜਾ ਦੇਖੀ 26,128 ਜਿਹੜੇ ਬੰਦੀ ਜੇਲ੍ਹਾਂ ਦੇ ਵਿੱਚ ਹੈਗੇ ਨੇ। ਤਾਂ ਹਾਲਾਂਕਿ ਸਾਡੀ ਸਮਰੱਥਾ ਹੈ ਜਿਹੜੀ ਉਹ 23,500 ਦੀ ਹੈਗੀ ਹੈ। ਤਾਂ ਜੇ ਸੱਚਮੁੱਚ ਅਸੀਂ, ਇਹ ਕੋਈ ਛੋਟਾ ਪ੍ਰੋਜੈਕਟ ਨਹੀਂ, ਬਹੁਤ ਵੱਡਾ ਪ੍ਰੋਜੈਕਟ ਹੈ ਜਿਹੜਾ ਇੱਕ ਪੜਾਅਵਾਰ ਚਲਾਉਣਾ ਹੋਏਗਾ। ਜਿਸ ਤਰ੍ਹਾਂ ਮਹਾਤਮਾ ਗਾਂਧੀ ਕਹਿੰਦੇ ਸੀ ਕਿ ਜਿਹੜਾ ਅਪਰਾਧ ਹੈਗਾ ਉਹ ਸਾਡਾ ਜਿਹੜਾ ਬਿਮਾਰ ਦਿਮਾਗ ਹੈ ਉਹਦੀ ਉਪਜ ਹੁੰਦਾ ਹੈ। ਉਸ ਨੂੰ ਠੀਕ ਕਰਨ ਲਈ ਸਾਨੂੰ ਜੇਲ੍ਹਾਂ ਦੇ ਵਿੱਚ ਜਿਹੜਾ ਇੱਕ ਮਾਹੌਲ, ਜਿਹੜਾ ਹਸਪਤਾਲਾਂ ਵਰਗਾ ਮਾਹੌਲ ਹੁੰਦਾ ਹੈ ਇਲਾਜ ਦਾ, ਦੇਖਭਾਲ ਦਾ, ਉਸ ਕਿਸਮ ਦਾ ਮਾਹੌਲ ਹੈ ਜਿਹੜਾ ਸਾਨੂੰ ਉੱਥੇ ਸਿਰਜਣਾ ਪਏਗਾ। ਦੇਖੋ ਕੋਈ ਜੰਮਦਾ ਜਿਹੜਾ ਬੰਦਾ ਹੈਗਾ, ਬੱਚਾ ਹੈਗਾ, ਉਹ ਅਪਰਾਧੀ ਤਾਂ ਬਣ ਨਹੀਂ ਜਾਂਦਾ। ਉਹ ਇੱਕ ਖਾਸ ਕਿਸਮ ਦੀਆਂ ਪਰਿਸਥਿਤੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਉਹਦੇ ਦਿਮਾਗ ਦੇ ਵਿੱਚ ਅਪਰਾਧ ਦਾ ਜਿਹੜਾ ਫੁਰਨਾ ਫੁਰਦਾ ਹੈ ਜਾਂ ਉਹ ਇਸ ਰਸਤੇ 'ਤੇ ਚੱਲਦਾ ਹੈ। ਤਾਂ ਜਦੋਂ ਅਸੀਂ ਸੁਧਾਰ ਦੀ ਗੱਲ ਕਰਦੇ ਹਾਂ ਤਾਂ ਇਹ ਨਹੀਂ ਕਿ ਅਸੀਂ ਉਹਨੂੰ ਆਪਾਂ ਕਹਿ ਲਈਏ ਕਿ ਸਖਤੀ ਨਾਲ ਸੁਧਾਰਾਂਗੇ।
ਉਹਦੇ ਲਈ ਵੀ ਸਾਨੂੰ ਜਿਹੜੀ ਅੰਤਰਮੁਖੀ ਅਪਰੋਚ ਹੈ ਜਿਹੜੀ ਉਹ ਅਖਤਿਆਰ ਕਰਨੀ ਪਏਗੀ। ਸਾਨੂੰ ਸਮਾਜ ਦੇ ਹਰ ਵਰਗ ਦੇ ਵਿੱਚੋਂ ਉਹਨਾਂ ਦੀ ਇੱਕ ਸਟੱਡੀ ਕਰਨੀ ਪਏਗੀ, ਹਰ ਕੈਦੀ ਦੀ, ਹਰ ਬੰਦੀ ਦੀ ਜਿਹੜਾ ਇਸ ਅਪਰਾਧ 'ਤੇ ਚੱਲਿਆ ਹੈਗਾ। ਅਸੀਂ ਅਕਸਰ ਦੇਖਦੇ ਹਾਂ ਕਿ ਇੱਕ ਬੰਦਾ ਜਿਹੜਾ ਅਪਰਾਧ ਕਰਦਾ ਹੈ ਉਹ ਬਾਰ-ਬਾਰ ਜੇਲ੍ਹ ਕਿਉਂ ਜਾਂਦਾ ਹੈਗਾ। ਇੱਕ ਤਸਕਰ ਹੈ, ਜੇ ਸੱਚਮੁੱਚ ਸਾਡੀਆਂ ਜੇਲ੍ਹਾਂ ਸੁਧਾਰ ਕਾਰਨ ਹੋਣ ਤਾਂ ਬਾਹਰ ਆ ਕੇ ਉਹ ਇੱਕ ਚੰਗਾ ਨਾਗਰਿਕ ਹੋਵੇ। ਜੀ। ਪਰ ਅਸੀਂ ਦੇਖਦੇ ਹਾਂ ਕਿ ਇੱਕ ਬੰਦੇ ਤੇ ਕਿੰਨੇ ਪਰਚੇ ਹੁੰਦੇ ਤੇ ਕਿੰਨੇ ਵਾਰੀ ਉਹ ਜੇਲ੍ਹ ਹੈ ਜਿਹੜੀ ਯਾਤਰਾ ਕਰ ਲੈਂਦੇ ਨੇ। ਸਾਨੂੰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਸਾਨੂੰ ਜੇਲ੍ਹਾਂ 'ਚ ਇਸ ਵੇਲੇ ਓਪਰੇਟ ਹੁੰਦੀਆਂ ਨੇ ਉਹਨਾਂ ਨੂੰ ਰੋਕਣਾ ਹੋਏਗਾ। ਜਿਸ ਤਰ੍ਹਾਂ ਤੁਸੀਂ ਸ਼ੁਰੂ 'ਚ ਗੱਲ ਕਹੀਏ ਕਿ ਭ੍ਰਿਸ਼ਟਾਚਾਰ, ਜੀ, ਕਰਪਸ਼ਨ ਬਹੁਤ ਵੱਡੀ ਪੱਧਰ 'ਤੇ ਜੇਲ੍ਹਾਂ ਦੇ ਵਿੱਚ ਹੋ ਰਹੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਅਧਿਕਾਰੀ ਇੱਕੋ ਜਿਹੇ ਹੋਣਗੇ, ਪਰ ਕਿਤੇ ਨਾ ਕਿਤੇ ਤਾਂ ਜਿਹੜਾ ਅਸੀਂ ਬਹੁਤ ਸਾਰੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹੈਗੀਆਂ ਨੇ ਕਿ ਕਰਪਸ਼ਨ ਦੀਆਂ, ਬਹੁਤ ਸਾਰੇ ਅਧਿਕਾਰੀ ਸਸਪੈਂਡ ਵੀ ਕੀਤੇ ਜਾਂਦੇ ਨੇ। ਜੇਲ੍ਹਾਂ ਦੇ ਵਿੱਚ ਬਹੁਤ ਸਾਰੀਆਂ ਜਿਹੜਾ ਅਮਾਨਵੀ ਵਿਵਹਾਰ ਵੀ ਸਾਨੂੰ ਦੇਖਣ ਨੂੰ ਸਾਹਮਣੇ ਆਉਂਦਾ ਹੈਗਾ। ਇਸ ਤਰ੍ਹਾਂ ਜੇਲ੍ਹਾਂ ਦੇ ਵਿੱਚ ਹਰ ਚੀਜ਼ ਅਵੇਲੇਬਲ ਹੈ। ਮੋਬਾਈਲ ਵੀ ਜੇਲ੍ਹਾਂ 'ਚੋਂ ਮਿਲ ਰਹੇ ਨੇ, ਨਸ਼ੇ ਵੀ ਮਿਲ ਰਹੇ ਨੇ। ਜਿਸ ਤਰ੍ਹਾਂ ਮੁੱਖ ਮੰਤਰੀ ਨੇ ਕਹਿ ਕੇ 80-710 ਹੈ ਜਿਹੜੇ ਮੋਬਾਈਲ 50 ਦਿਨਾਂ 'ਚ ਫੜੇ ਨੇ। ਪਿਛਲੇ ਸਾਲ 5000 ਮੋਬਾਈਲ ਹੈ ਜਿਹੜੇ ਜੇਲ੍ਹਾਂ ਦੇ ਵਿੱਚੋਂ ਫੜੇ ਗਏ ਸੀ ਔਰ ਲਗਾਤਾਰ ਫੜੇ ਜਾ ਰਹੇ ਨੇ। ਅਸੀਂ ਜੇਲ੍ਹਾਂ ਦੇ ਵਿੱਚ IRV ਲਾਤੀ, PAP ਲਾਤੀ, CRVF ਲਾਤੀ, ਸਾਰੀਆਂ ਫੋਰਸਿਸ ਲਾ ਕੇ ਦੇਖ ਲਈਆਂ, ਪਰ ਜਿਹੜਾ ਮੋਬਾਈਲ ਦਾ ਨੈਟਵਰਕ ਆ ਫੇਰ ਨਹੀਂ ਟੁੱਟ ਰਿਹਾ। ਜੇਲ੍ਹਾਂ ਦੇ ਵਿੱਚ ਅਸੀਂ ਦੇਖਦੇ ਹਾਂ ਗੈਂਗਸਟਰ ਬਰਥਡੇ ਪਾਰਟੀਆਂ ਸੈਲੀਬ੍ਰੇਟ ਕਰਦੇ ਨੇ, ਲਾਈਵ ਹੁੰਦੇ ਨੇ। ਇਹਦਾ ਮਤਲਬ ਕਿਤੇ ਨਾ ਕਿਤੇ ਤਾਣੀ ਉਲਝੀ ਵੀ ਹੈ। ਜਾਂ ਤਾਂ ਚੀਜ਼ਾਂ ਬਾਹਰੋਂ ਰਹੀਆਂ ਨੇ, ਅੰਦਰੋਂ ਤਾਂ ਕੋਈ ਪੈਦਾ ਨਹੀਂ, ਪ੍ਰੋਡਕਸ਼ਨ ਨਹੀਂ ਹੋ ਰਹੀ, ਤਾਂ ਕੋਈ ਤਾਂ ਸ਼ਹਿ ਦੇ ਰਿਹਾ ਹੈਗਾ। ਇਹਦਾ ਮਤਲਬ ਕਰਪਸ਼ਨ ਹੈ ਜਿਹੜੀ ਇਹ ਵੱਡੀ ਪੱਧਰ 'ਤੇ ਇੱਕ ਵੱਡਾ ਇਸ਼ੂ ਵੀ। ਜਿਹੜੇ ਪੁਰਾਣੇ ਜੇਲ੍ਹ ਅਧਿਕਾਰੀ ਆ ਉਹਨਾਂ ਨੇ ਕਈ ਵਾਰੀ ਅਲੱਗ-ਅਲੱਗ ਪਲੇਟਫਾਰਮਾਂ 'ਤੇ ਇਹ ਗੱਲਾਂ ਜਿਹੜੀਆਂ ਉਠਾਈਆਂ ਵੀਆਂ ਨੇ। ਜੇਲ੍ਹਾਂ ਦੇ ਵਿੱਚ ਆਪਾਂ ਦੇਖਿਆ ਕੈਦੀਆਂ ਦੀ ਕੁੱਟਮਾਰ ਦੀਆਂ ਵੀਡੀਓਜ਼ ਕਿੰਨੇ ਵਾਰੀ ਸਾਡੇ ਸਾਹਮਣੇ ਆਈਆਂ ਨੇ। ਹੋਰ ਜਿਹੜੀਆਂ ਮੌਤਾਂ ਦਾ ਇਸ਼ੂ ਹੈਗੀਆਂ ਨੇ, ਕਈ ਵਾਰੀ ਜੇਲ੍ਹਾਂ ਦੇ ਵਿੱਚ ਅੱਗਾਂ ਤੱਕ ਲਾ ਦਿੱਤੀਆਂ ਜਾਂਦੀਆਂ ਨੇ। ਇੱਕ ਦੂਜੇ 'ਤੇ ਗੈਂਗਵਾਰ ਅੰਦਰ ਗੈਂਗਸਟਰ ਆਪਸ ਦੇ ਵਿੱਚ ਜਿਹੜੇ ਹੈਗੇ ਭਿੜ ਪੈਂਦੇ ਨੇ। ਤਾਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸਾਡੀ ਸਰਕਾਰ ਨੂੰ ਦੇਖਣੀਆਂ ਪੈਣਗੀਆਂ। ਪਹਿਲਾਂ ਤਾਂ ਇਹ ਦੇਖਣਾ ਪਏਗਾ ਕਿ ਸਾਡੇ ਕੋਲੇ ਜੇਲ੍ਹਾਂ ਦੇ ਵਿੱਚ ਸਟਾਫ ਹੀ ਬਹੁਤ ਘੱਟ ਹੈਗੇ। ਜੇਲ੍ਹਾਂ ਸਾਡੀਆਂ ਓਵਰ ਕਰਾਊਡਡ ਹੋਈਆਂ ਪਈਆਂ ਨੇ। ਸਾਡੇ ਕੋਲੇ ਸਮਰੱਥਾ 23,500 ਬੰਦੀਆਂ ਦੀ ਹੈ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ, ਅਤੇ ਇਸ ਵੇਲੇ 26,128 ਦੇ ਕਰੀਬ ਹੈ ਜਿਹੜੀਆਂ ਉਹ ਸਾਡੇ ਕੋਲ ਬੰਦੀ ਹੈਗੇ ਨੇ। ਅਤੇ ਉਹ ਤੂੜੀ ਵਾਂਗੂ ਤੁੰਨੇ ਹੋਏ ਨੇ ਜੇਲ੍ਹਾਂ ਦੇ ਵਿੱਚ। ਕਈ ਜੇਲ੍ਹਾਂ ਤਾਂ ਬਹੁਤ ਜ਼ਿਆਦਾ ਓਵਰ ਕਰਾਊਡਡ ਹੈਗੀਆਂ ਨੇ। ਜਿਸ ਤਰ੍ਹਾਂ ਸਭ ਤੋਂ ਵੱਧ ਹੈ ਜਿਹੜੀਆਂ ਲੁਧਿਆਣਾ ਦੇ ਵਿੱਚ ਹੈਗੀ ਹੈ, ਅੰਮ੍ਰਿਤਸਰ ਹੋਈ, ਕਪੂਰਥਲਾ ਹੋਈ। ਇਹ ਜੇਲ੍ਹਾਂ ਉਹ ਨੇ ਜਿੱਥੇ ਕੈਦੀਆਂ ਦੀ ਜਾਂ ਬੰਦੀਆਂ ਦੀ ਗਿਣਤੀ ਹੈ ਜਿਹੜੀ 3000 ਤੋਂ ਕ੍ਰਾਸ ਕਰ ਚੁੱਕੀ ਹੈਗੀ ਹੈ। ਤਾਂ ਇਹਨਾਂ ਚੀਜ਼ਾਂ ਨੂੰ ਦੇਖਣਾ, ਉਸ ਲਿਹਾਜ਼ ਨਾਲ ਸਾਨੂੰ ਜਿਹੜਾ ਜੇਲ੍ਹਾਂ ਦਾ ਸਟਾਫ ਹੈ ਉਹ ਭਰਤੀ ਕਰਨਾ ਹੋਏਗਾ। 40% ਸਟਾਫ ਹੈ ਇਸ ਵੇਲੇ ਜੇਲ੍ਹਾਂ ਦੇ ਵਿੱਚ ਘੱਟ ਹੈ। ਜੀ ਬਿਲਕੁਲ। ਜੇਲ੍ਹਾਂ ਦੇ ਵਿੱਚ ਜਿਹੜੇ ਟਾਵਰ ਹੈ ਉਹਨਾਂ ਦੇ 'ਚ ਚਾਹੀਦਾ ਸੀ ਕਿ ਮਜ਼ਬੂਤ ਜਿਹੜੇ ਪੁਲਿਸ ਵਾਲੇ ਹੈ, ਚੰਗੀ ਪੁਲਿਸ ਉੱਥੇ ਤਾਇਨਾਤ ਕੀਤੀ, ਪਰ ਉੱਥੇ ਹੋਮਗਾਰਡ ਦੇ ਜਵਾਨ ਤਾਇਨਾਤ ਕੀਤੇ ਹੋਏ ਨੇ। ਇਸ ਤਰ੍ਹਾਂ ਜਿਹੜੀ ਪ੍ਰਾਈਵੇਟ ਹੈਗੀ ਹੈ, ਪੈਸਕੋ ਹੈਗੀ ਹੈ, ਪੈਸਕੋ ਦੇ ਬੰਦਿਆਂ ਨੂੰ ਸਿਕਿਉਰਿਟੀ 'ਤੇ ਜਿਹੜਾ ਲਾਇਆ ਹੋਇਆ। ਹਾਲਾਂਕਿ ਕਈ ਹਾਈ ਸਿਕਿਉਰਿਟੀ ਜੇਲ੍ਹਾਂ ਹੈਗੀਆਂ ਨੇ ਜਮਾਂ, ਜਿੱਥੇ ਗੈਂਗਸਟਰ ਰੱਖੇ ਹੋਏ ਨੇ। ਜਿਵੇਂ ਬਠਿੰਡਾ ਜੇਲ੍ਹ ਹੈ ਉਹ ਬਾਰ-ਬਾਰ ਖੇਤਾਂ ਦੇ ਵਿੱਚ ਬਣੀ ਹੋਈ ਹੈ। ਚਲੋ ਉੱਥੇ CRPF ਲਾਈ ਹੋਈ ਹੈ ਅਤੇ ਉੱਥੋਂ ਕਮਿਊਨੀਕੇਸ਼ਨ ਡੈਡ ਜ਼ੋਨ ਵੀ ਉਹਨੂੰ ਡਿਕਲੇਅਰ ਕੀਤਾ ਹੋਇਆ ਹੈ। ਅਤੇ ਇਹਨਾਂ ਚੀਜ਼ਾਂ ਦਾ ਕੁਛ ਸੁਧਾਰ ਹੈ ਜਿਹੜਾ ਆਤਿਸ਼ ਪੜਾਅਵਾਰ ਹੈ ਸਾਡੀਆਂ ਸਰਕਾਰਾਂ ਨੂੰ ਕਰਨਾ ਪਏਗਾ, ਇੱਕਦਮ ਹੋਣ ਵਾਲਾ ਨਹੀਂ। ਉਹਦਾ ਬਜਟ ਜੇਲ੍ਹਾਂ ਦਾ ਕਿੰਨਾ ਹੈਗਾ, ਕਿੱਥੇ ਲੂਪ ਹੋਲ ਹੈ, ਕਿਹੜੀਆਂ ਖਾਮੀਆਂ ਦੂਰ ਕੀਤੀਆਂ ਜਾ ਸਕਦੀਆਂ, ਇਹਨਾਂ ਵੱਲ ਹੈ ਜਿਹੜਾ ਉਹ ਧਿਆਨ ਦੇਣਾ ਪਏਗਾ। ਚੰਗਾ ਸਟਾਫ ਹੈ। ਆਪਾਂ ਕਹਿ ਦਿੰਦੇ ਹਾਂ ਕਿ ਜਿਹੜਾ ਨੇਤਾ ਲੋਕ ਹੈ ਆਪਦੀ ਸਿਕਿਉਰਿਟੀ 'ਤੇ, ਤੁਸੀਂ ਕਿਸੇ ਵੀ ਕੋਈ MLA ਹੈ ਚਾਹੇ ਵਜ਼ੀਰ ਹੈ ਉਹਦੇ ਨਾਲ ਦੇਖੋਗੇ ਕਿ ਬਹੁਤ ਤਕੜੇ ਜਵਾਨ ਹੈ ਜਿਹੜੇ ਲਾਏ ਹੁੰਦੇ ਉਹਦੀ ਸਿਕਿਉਰਿਟੀ 'ਤੇ। ਉਹਨਾਂ ਕੋਲ ਬਹੁਤ ਅੱਛੇ ਜਿਹੜੇ ਵੈਪਨ ਹੈ ਉਹ ਹੁੰਦੇ ਨੇ। ਪਰ ਜਿਹੜੇ ਦੂਸਰੇ ਮਾੜੇ ਆ ਉਹ ਸਾਰੇ ਜੇਲ੍ਹਾਂ ਵਾਸਤੇ ਛੱਡ ਦਿੱਤੇ ਜਾਂਦੇ ਨੇ ਜਾਂ ਥਾਣਿਆਂ ਵਾਸਤੇ ਛੱਡ ਦਿੱਤੇ। ਆਪਦੀ ਸਿਕਿਉਰਿਟੀ ਦੇ ਵਿੱਚ ਕੋਈ ਢਿੱਲ ਨਹੀਂ ਵਰਤਦੇ। ਜੇ ਸੱਚਮੁੱਚ ਇਹ ਸਰਕਾਰ ਸੁਹਿਰਦ ਹੈ ਤਾਂ ਜਿਸ ਤਰ੍ਹਾਂ ਇਹਨਾਂ ਨੂੰ ਆਪਣੀਆਂ ਸੁਰੱਖਿਆ ਦਾ ਫਿਕਰ ਹੈਗਾ, ਉਸੇ ਤਰ੍ਹਾਂ ਹੀ ਜੇਲ੍ਹਾਂ ਦੀ ਸੁਰੱਖਿਆ ਦਾ ਵੀ ਫਿਕਰ ਕਰਨਾ ਚਾਹੀਦਾ ਹੈ। ਜਿਹੜੇ ਅੰਦਰ ਲੋਕ ਬੈਠੇ ਅਪਰਾਧੀ ਹੈ ਉਹਨਾਂ ਦੀ ਸਿਚੁਏਸ਼ਨ ਨੂੰ, ਉਹਨਾਂ ਦੇ ਵਿਵਹਾਰ ਨੂੰ ਪੜ੍ਹਨਾ ਚਾਹੀਦਾ। ਵਿਵਹਾਰ ਨੂੰ ਪੜ੍ਹ ਕੇ ਹੀ ਜਿਹੜਾ ਉਹ ਅੱਗੇ ਅਸੀਂ ਵੱਧ ਸਕਦੇ ਹਾਂ, ਉਹਨਾਂ 'ਚ ਕੋਈ ਸੁਧਾਰ ਕਰ ਸਕਦੇ ਹਾਂ। ਜੀ ਚਰਨਜੀਤ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਵਾਕਈ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸੁਧਾਰ ਦੀ ਲੋੜ ਹੈ, ਅਸੀਂ ਜਾਣਨਾ ਚਾਹਾਂਗੇ ਹੋਰ ਇਸ ਤੋਂ ਇਲਾਵਾ ਕਿਹੜੀ ਖਾਮੀਆਂ ਜਿਹੜੀਆਂ ਜੇਲ੍ਹਾਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਅਤੇ ਉਹਨਾਂ ਦਾ ਸੁਧਾਰ ਜਿਹੜਾ ਉਹ ਕਿਵੇਂ ਕੀਤਾ ਜਾ ਸਕਦਾ? ਸਰਕਾਰ ਨੂੰ ਕਿਸ ਤਰ੍ਹਾਂ ਹੀ ਕਦਮ ਚੁੱਕਣੇ ਚਾਹੀਦੇ? ਦੇਖੋ, ਜੇਲ੍ਹਾਂ ਦੇ ਵਿੱਚ ਤਾਂ ਇੰਝ ਲੱਗਦਾ ਕਿ ਜਿਵੇਂ ਸਾਰੀਆਂ ਖਾਮੀਆਂ ਹੀ ਖਾਮੀਆਂ ਹੋਣ। ਤਾਂ ਜੇਲ੍ਹ ਪ੍ਰਣਾਲੀ ਦੀ ਇੱਕ ਬੜੀ ਚੀਰ ਫਾੜ ਕਰਨ ਦੀ ਲੋੜ ਹੈ। ਇਹ ਨਹੀਂ ਕਿ ਇਕੱਲਾ ਅਸੀਂ ਅਨਾਊਂਸ ਕਰ ਦਈਏ ਜਾਂ ਬਿਆਨ ਦੇ ਦਈਏ। ਸਰਕਾਰ ਨੂੰ ਬਕਾਇਦਾ ਇੱਕ ਕਮੇਟੀ ਬਣਾ ਕੇ ਪਹਿਲਾਂ ਤਾਂ ਸ਼ਨਾਖਤ ਕਰਨੀ ਪਏਗੀ ਕਿ ਜੇਲ੍ਹਾਂ ਦੇ ਵਿੱਚ ਕਿਹੜੀਆਂ ਕਮਜ਼ੋਰੀਆਂ ਜਾਂ ਕੋਤਾਹੀਆਂ ਪਾਈਆਂ ਜਾ ਰਹੀਆਂ ਨੇ, ਉਹਨਾਂ ਨੂੰ ਕਿਸ ਤਰ੍ਹਾਂ ਬੰਦ ਕੀਤਾ ਜਾ ਸਕਦਾ ਪਰਮਾਨੈਂਟਲੀ। ਇਕੱਲੇ ਇੱਕ ਪੱਖ ਤੋਂ ਨਹੀਂ, ਇਕੱਲੇ ਸਖਤੀ ਨਾਲ ਨਹੀਂ, ਕਦੇ ਇਕੱਲਾ ਬਜਟ ਵਧਾ ਕੇ ਨਹੀਂ ਕਿਸੇ ਚੀਜ਼ ਨੂੰ ਅਸੀਂ ਦੂਰ ਕਰ ਸਕਦੇ। ਸਾਨੂੰ ਇੱਕ ਸੁਧਾਰਵਾਦੀ ਜਿਹੜੀ ਪਹੁੰਚ ਹੈ ਉਹ ਅਡੋਪਟ ਕਰਨੀ ਹੋਏਗੀ। ਤੁਹਾਡੇ
ਚੇਤੇ ਹੋਊਗਾ ਕਿ ਕਿਰਨ ਬੇਦੀ ਜਦੋਂ ਤਿਹਾੜ ਜੇਲ੍ਹ ਦੇ ਵਿੱਚ ਉਹ ਡਿਪਿਊਟ ਕੀਤਾ ਗਿਆ ਸੀ ਉਹਨਾਂ ਨੂੰ, ਤਾਂ ਉਹਨਾਂ ਨੇ ਬਹੁਤ ਸਾਰੇ ਸੁਧਾਰਵਾਦੀ ਜਿਹੜੇ ਕਦਮ ਹੈ ਉਠਾਏ ਸੀ, ਜਿਹਦੇ ਕਰਕੇ ਉਹ ਕਾਫੀ ਚਰਚਾ ਦੇ ਵਿੱਚ ਵੀ ਰਹੇ ਸੀ। ਸਾਡੇ ਐਡਵੋਕੇਟ ਰਹੇ ਨੇ, ਸਰਕਾਰੀ ਵਕੀਲ ਵੀ ਰਹੇ ਨੇ, ਮਿੱਤਰ ਸੈਨ ਮੀਰ ਜੀ ਲੇਖਕ ਵੀ ਨੇ। ਉਹਨਾਂ ਨੇ ਇਸ ਪਾਸੇ ਬਹੁਤ ਅੱਛੇ ਨਾਵਲ ਹੈ ਜਿਹੜੇ ਲਿਖੇ ਨੇ। ਸੁਧਾਰ ਕਰਨਾ ਦਾ ਉਹਨਾਂ ਦਾ ਇੱਕ ਨਾਵਲ ਹੈ, ਜਿਹਦੇ ਵਿੱਚ ਉਹਨਾਂ ਨੇ ਇਸੇ ਚੀਜ਼ 'ਤੇ ਇਸੇ ਨਬਜ਼ ਨੂੰ ਫੜਿਆ ਗਿਆ ਕਿ ਕਿਵੇਂ ਪਹੁੰਚ ਵਾਲੇ ਲੋਕ ਹੈ ਜੇਲ੍ਹਾਂ ਦੇ ਵਿੱਚ, ਰਸੂਖਵਾਨ ਲੋਕ ਹੈ, ਉਹ ਸੁੱਖ ਸੁਵਿਧਾਵਾਂ ਹਾਸਲ ਕਰ ਲੈਂਦੇ ਨੇ। ਜਿਹੜਾ ਗਰੀਬ ਤਬਕਾ, ਜਿਹੜਾ ਬਾਹਰ ਵੀ ਜਿਸ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ, ਅੰਦਰ ਵੀ ਉਸ ਤਰ੍ਹਾਂ ਉਹਨਾਂ ਨੂੰ ਕਿਸ ਤਰ੍ਹਾਂ ਦੁੱਖ ਤਕਲੀਫਾਂ ਜਿਹੜੀਆਂ ਹੈਗੀਆਂ ਝੱਲਣੀਆਂ ਪੈ ਰਹੀਆਂ ਨੇ। ਤਾਂ ਬਹੁਤ ਸਾਰੀਆਂ ਕੜੀਆਂ ਨੂੰ ਸਰਕਾਰ ਨੂੰ ਜਿਹੜਾ ਹੈਗਾ ਉਹ ਫੜਨਾ ਪਏਗਾ, ਕਿਉਂਕਿ ਨੋਰਮਲੀ ਜਿਹੜੇ ਫਿਕਰ ਹੈ ਜਾਂ ਜਿਵੇਂ ਆਪਾਂ ਕਹਿ ਦਈਏ ਕਿ ਜਿਹੜੇ ਅਧਿਕਾਰੀ ਹੈ ਜਿਨ੍ਹਾਂ ਦੀ ਕਮਾਂਡ ਹੇਠ ਜੇਲ੍ਹਾਂ ਨੇ, ਪਹਿਲਾਂ ਉਹਨਾਂ ਨੂੰ ਤਣਾਅ ਤੋਂ ਮੁਕਤ ਕਰਨਾ ਪਏਗਾ, ਕਿਉਂਕਿ ਜੇਲ੍ਹਾਂ 'ਚ ਹਰ ਪਾਸੇ ਤਣਾਅ ਹੈ, ਚਾਹੇ ਬੰਦੀ ਹੈ, ਚਾਹੇ ਕੈਦੀ ਹੈ, ਚਾਹੇ ਮੁਲਾਜ਼ਮ ਨੇ, ਚਾਹੇ ਅਧਿਕਾਰੀ ਨੇ। ਕਿਉਂਕਿ ਇੱਕ ਅਧਿਕਾਰੀ ਨੂੰ ਸਭ ਤੋਂ ਵੱਡਾ ਫਿਕਰ ਤਾਂ ਇਹੀ ਰਹਿੰਦਾ ਕਿ ਆਪਣੀ ਕੁਰਸੀ ਦਾ ਬਣਿਆ ਰਹਿੰਦਾ, ਦੂਸਰਾ ਉਹਨਾਂ ਨੂੰ ਆਪਣੀ ਪੱਗ ਦਾ ਫਿਕਰ ਬਣਿਆ ਰਹਿੰਦਾ ਹੈਗਾ। ਤਾਂ ਪਹਿਲਾਂ ਤਾਂ ਜੇ ਆਪਾਂ ਸੁਧਾਰਨਾ ਤਾਂ ਪਹਿਲਾਂ ਅਫਸਰਾਂ ਨੂੰ ਸੁਧਾਰਨਾ ਪਏਗਾ। ਜੇ ਸੱਚੀ ਮੁੱਚੀ ਅਸੀਂ ਸੁਧਾਰ ਘਰ ਬਣਾਉਣੇ ਨੇ ਤਾਂ ਸਾਡੇ ਜਿਹੜੇ ਚੰਗੇ ਅਧਿਕਾਰੀ ਨੇ ਜੇਲ੍ਹ ਵਿਭਾਗ ਦੇ ਵਿੱਚ, ਇਹ ਨਹੀਂ ਕਿ ਬਹੁਤ ਅੱਛੇ ਅਧਿਕਾਰੀ ਵੀ ਨੇ, ਪੰਜੇ ਉਂਗਲਾਂ ਜਿਹੜੀਆਂ ਬਰਾਬਰ ਨਹੀਂ ਹੁੰਦੀਆਂ, ਤਾਂ ਜਿਹੜੇ ਚੰਗੇ ਅਧਿਕਾਰੀ ਨੇ, ਚੰਗੇ ਮੁਲਾਜ਼ਮ ਨੇ, ਚੰਗਾ ਸਟਾਫ ਹੈ, ਉਹਨਾਂ ਨੂੰ ਆਇਡੈਂਟੀਫਾਈ ਕਰਨਾ ਪਏਗਾ, ਉਹਨਾਂ ਨੂੰ ਜੇਲ੍ਹਾਂ ਦੀ ਕਮਾਨ ਦੇਣੀ ਹੋਏਗੀ। ਫਿਰ ਉਸ ਤੋਂ ਬਾਅਦ ਜਿਹੜੇ ਸਾਡੇ ਅਪਰਾਧੀਆਂ ਦੀ ਵੀ ਜਿਹੜੇ ਅੰਦਰ ਜੇਲ੍ਹਾਂ 'ਚ ਬੰਦੀ ਹੈ, ਉਹਨਾਂ ਦੀ ਵੀ ਕਲਾਸੀਫਿਕੇਸ਼ਨ ਕਰਨੀ ਹੋਏਗੀ। ਤਾਂ ਕਲਾਸੀਫਿਕੇਸ਼ਨ ਦੇ ਵਿੱਚ ਜਿਹੜੇ ਗੈਂਗਸਟਰ ਕਿਸਮ ਦੇ ਉਹਨਾਂ ਨੂੰ ਵੱਖਰੀ ਤਰ੍ਹਾਂ ਹੁਣ ਵੀ ਵੱਖਰਾ ਰੱਖਿਆ ਗਿਆ। ਦੂਸਰੇ ਕਿਉਂਕਿ ਸਧਾਰਨ ਕਿ ਮਜਬੂਰੀ ਬਸ ਵੀ ਜਿਹੜੇ ਅਪਰਾਧ ਦੇ ਪੈ ਜਾਂਦੇ ਨੇ, ਮੰਨ ਲਓ ਕੋਈ ਐਕਸੀਡੈਂਟ ਹੋ ਗਿਆ, ਐਕਸੀਡੈਂਟ ਦੇ ਵਿੱਚ ਕਿਸੇ ਤੋਂ ਕੋਤਾਹੀ ਹੋ ਗਈ, ਉਹ ਅੰਦਰ ਚਲਾ ਗਿਆ, ਇਹਦਾ ਮਤਲਬ ਕਿ ਉਹਦੀ ਸੋਚੀ ਸਮਝੀ ਤਰਕੀਬ ਤਾਂ ਨਹੀਂ ਸੀਗੀ, ਅਤੇ ਅਚਨਚੇਤ ਵਾਪਰੀ ਹੋਈ ਘਟਨਾ ਕਰਕੇ ਉਹਨਾਂ ਨੂੰ ਜੇਲ੍ਹ ਜਾਣਾ ਪੈ ਗਿਆ। ਤਾਂ ਉਹਨਾਂ ਨਾਲ ਅਲੱਗ ਕਿਸਮ ਦਾ ਵਿਵਹਾਰ ਹੋਣਾ ਚਾਹੀਦਾ ਹੈ। ਜਿਹੜੇ ਪ੍ਰੋਫੈਸ਼ਨਲ ਲੋਕ ਹੈ ਉਹਨਾਂ ਨਾਲ ਅਲੱਗ ਕਿਸਮ ਦਾ ਵਿਵਹਾਰ ਹੋਣਾ ਚਾਹੀਦਾ। ਮਤਲਬ ਉਹਨਾਂ ਨੂੰ ਸੁਧਾਰਨ ਦੇ ਨਜ਼ਰ ਤੋਂ ਮੈਂ ਕਹਿ ਰਿਹਾ ਕਿ ਉਹਨਾਂ ਨੂੰ ਕਿਸ ਕਿਸਮ ਦੀ ਉਹਨਾਂ ਨੂੰ ਨਜਿੱਠਣਾ, ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਹੈ। ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਹੋਏਗਾ ਜੇਲ੍ਹਾਂ ਨੂੰ, ਚੰਗੇ ਓਨੈਸਟ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਲਾਉਣਾ ਹੋਏਗਾ, ਉਹਨਾਂ ਦੀਆਂ ਜਿਹੜੀਆਂ ਆਦਤਾਂ ਨੇ ਉਹਨਾਂ ਨੂੰ ਸੁਧਾਰਨਾ ਹੋਏਗਾ। ਜਿਹੜੇ ਸਿਆਸਤ ਤੋਂ ਰਹਿਤ ਸਾਨੂੰ ਕਰਨਾ, ਜੇਲ੍ਹਾਂ ਨੂੰ ਸਿਆਸਤ ਤੋਂ ਰਹਿਤ ਕਰਨਾ ਪਏਗਾ। ਬਹੁਤ ਸਾਰੇ ਸਿਫਾਰਸ਼ਾਂ ਦੇ ਇਹ 'ਚ ਚੱਲਦੀਆਂ ਰਹਿੰਦੀਆਂ ਨੇ, ਸਿਫਾਰਸ਼ੀ ਆਧਾਰ 'ਤੇ ਜਿਹੜੇ ਸੁਪਰਡੈਂਟ ਲਾਏ ਜਾਂਦੇ ਨੇ, ਮੁਲਾਜ਼ਮ ਡਿਪਿਊਟੀ ਕੀਤੇ ਜਾਂਦੇ ਨੇ, ਜਾਂ ਪੈਰੋਲ ਦਿੱਤੀ ਜਾਂਦੀ ਹੈ, ਜਾਂ ਹੋਰ ਇਸ ਕਿਸਮ ਦੇ ਵਰਤਾਰੇ ਚੱਲਦੇ ਨੇ। ਇਸ ਤੋਂ ਇਲਾਵਾ ਸਾਡੀ ਇੱਕ ਜਿਹੜੀ ਨਿਆਂ ਪ੍ਰਣਾਲੀ ਉਹ ਵੀ ਬੜੀ ਉਹਦੀ ਪ੍ਰਕਿਰਿਆ ਜਿਹੜੀ ਢਿੱਲੀ ਰਹਿੰਦੀ ਹੈਗੀ ਹੈ। ਜਿਵੇਂ ਆਪਾਂ ਪੰਜਾਬ ਦੀ ਗੱਲ ਕਰੀਏ, ਆਤਿਸ਼ ਇਸ ਵੇਲੇ 26,128 ਅਸੀਂ ਗੱਲ ਕਰਦੇ ਹੈਗੇ ਹਾਂ, ਉਹਨਾਂ ਦੇ ਵਿੱਚੋਂ 21,000 ਹਜੇ ਅੰਡਰ ਟਰਾਇਲ ਹੈ ਜੀ, ਜਿਨ੍ਹਾਂ ਦਾ ਹਜੇ ਸਾਬਤ ਹੋਣਾ ਕਿ ਉਹ ਦੋਸ਼ੀ ਹੈ ਜਾਂ ਨਹੀਂ ਹਨ। ਤਾਂ ਸਿਰਫ 5,000 ਹੀ ਕੈਦੀ ਹੈਗੇ ਨੇ। ਤਾਂ ਉਹਨਾਂ ਨੂੰ ਸਪੀਡੀ ਟਰਾਇਲ ਹੈ ਜਿਹੜਾ ਹੋਣਾ ਚਾਹੀਦਾ ਹੈ, ਤਾਂ ਕਿ ਉਹਨਾਂ ਦਾ ਨਿਪਟਾਰਾ ਹੋਵੇ। ਜੇਲ੍ਹਾਂ ਦੇ ਵਿੱਚ ਜਿਹੜੀ ਗਿਣਤੀ ਹੈ ਉਹ ਘਟੇ। ਪਿਛਲੇ ਟਾਈਮ ਤੁਸੀਂ ਦੇਖਿਆ ਹੋਏਗਾ ਕਿ ਜੇਲ੍ਹਾਂ ਦੇ ਵਿੱਚ ਜਦੋਂ ਕੋਵਿਡ ਦੇ ਟਾਈਮ ਸੀ, ਕਾਫੀ ਲੋਕ ਹੈ ਜਿਹੜੇ ਉਸ ਟਾਈਮ ਮਾਨਵੀ ਆਧਾਰ 'ਤੇ ਰਿਹਾ ਵੀ ਕੀਤੇ ਸੀ। ਜਿਹੜੇ ਬਹੁਤ ਸਾਰੇ ਬਜ਼ੁਰਗ ਕੈਦੀ ਹੈਗੇ ਨੇ ਜਿਨ੍ਹਾਂ ਦੀ ਉਮਰ 80 ਸਾਲ ਨੂੰ ਕ੍ਰੋਸ ਕਰ ਗਈ ਹੈ, ਉਹਨਾਂ ਦਾ ਦੇਖ ਕੇ ਜਿਹੜੇ ਦਾ ਚਰਿੱਤਰ ਚੰਗਾ ਹੈਗਾ ਉਹਨਾਂ ਨੂੰ ਜਿਹੜੀ ਕੋਈ ਛੋਟ ਦਿੱਤੀ ਜਾ ਸਕਦੀ ਹੈ। ਇਸ ਕਿਸਮ ਦੇ ਸਟੈਪ ਹੈ ਜਿਹੜੇ ਉਹ ਨਾਲੋਂ ਨਾਲ ਹੈ ਜਿਹੜੇ ਉਹ ਲੈਣੇ ਹੋਣਗੇ। ਨਵੇਂ ਸਟਾਫ ਦੀ ਭਰਤੀ ਕਰਨੀ ਹੋਏਗੀ, ਅਤੇ ਨਹੀਂ ਤਾਂ ਆਪਾਂ ਨੂੰ ਜੇ ਇਹ ਚੀਜ਼ਾਂ ਅਸੀਂ ਨਹੀਂ ਕਰਾਂਗੇ ਤਾਂ ਕੈਦੀਆਂ ਨੂੰ ਆਪਦੇ ਹੱਕਾਂ ਲਈ ਲੜਦੇ ਆਪਾਂ ਅਕਸਰ ਦੇਖਦੇ ਹਾਂ ਕਿ ਭੁੱਖ ਹੜਤਾਲਾਂ ਵੀ ਜੇਲ੍ਹਾਂ ਦੇ ਵਿੱਚ ਹੁੰਦੀਆਂ ਨੇ। ਤਾਂ ਆਪਾਂ ਇਹ ਵੀ ਕਰਨਾ ਹੋਏਗਾ ਕਿ ਉਹਨਾਂ ਨੂੰ ਮਾਨਸਿਕ ਸਿਹਤ ਹੈ ਜਿਹੜੀ ਫਸਟਲੀ ਜਿਹੜੀ ਬੰਦੀਆਂ ਦੀ, ਉਹਦੇ ਵਿੱਚ ਸਾਨੂੰ ਦੇਖਣਾ ਹੋਏਗਾ। ਉਹਨਾਂ ਨੂੰ ਸਾਨੂੰ ਇੱਕ ਸਟੱਡੀ ਕਰਨਾ ਹੋਏਗਾ। ਸਾਨੂੰ ਜਿਹੜੇ ਸਾਈਕੋਲੋਜਿਸਟ ਹੈਗੇ ਨੇ, ਸੋਸ਼ਾਇਲੋਜਿਸਟ ਹੈਗੇ ਨੇ, ਡਾਕਟਰ ਹੈਗੇ ਨੇ, ਉਹਨਾਂ ਨੂੰ ਵਾਚ ਕਰਨਾ ਹੋਏਗਾ ਕਿ ਇਹ ਲੋਕ ਅਪਰਾਧ ਦੀ ਦੁਨੀਆ ਦੇ ਵਿੱਚ ਕਿਉਂ ਪਏ। ਜੇ ਅਸੀਂ ਕਹਿੰਦੇ ਹਾਂ ਕਿ ਉਹਨਾਂ ਤੋਂ ਅਸੀਂ ਮੋਬਾਈਲ ਫੜ ਲਵਾਂਗੇ, ਮੋਬਾਈਲ ਨਹੀਂ ਅਸੀਂ ਅੰਦਰ ਦੇਣਾ, ਅਸੀਂ ਨਸ਼ਾ ਨਹੀਂ ਅੰਦਰ ਜਾਣ ਦੇਣਾ ਹੈਗਾ, ਤਾਂ ਉਹਨਾਂ ਦਾ ਦਿਮਾਗ ਤਾਂ ਫਰੀ ਰਹੇਗਾ। ਅਸੀਂ ਉਹਨਾਂ ਨੂੰ ਆਕੂਪਾਈ ਕਰਨਾ ਹੋਏਗਾ, ਉਹਨਾਂ ਨੂੰ ਕਿਸੇ ਪਾਸੇ ਲਾਉਣਾ ਹੋਏਗਾ। ਸਾਨੂੰ ਸਪੋਰਟਸ ਦੀ ਐਕਟੀਵਿਟੀ ਜੇਲ੍ਹਾਂ ਦੇ ਵਿੱਚ ਵਧਾਉਣੀ ਹੋਏਗੀ। ਉਹਨਾਂ ਨੂੰ ਜਿਹੜੇ ਕੋਈ ਆਪਣੀ ਸਟੱਡੀ ਦੌਰਾਨ ਅੰਦਰ ਚਲੇ ਗਏ ਨੇ, ਮੋਸਟਲੀ ਜੇਲ੍ਹਾਂ ਦੇ ਵਿੱਚ ਜਿਹੜੀ ਆਤਿਸ਼ ਮੈਂ ਡਾਟਾ ਐਨਾਲਾਈਜ਼ ਕੀਤਾ, ਉਹਦੇ ਵਿੱਚ 20 ਤੋਂ 30 ਸਾਲ ਵਾਲੇ ਬਹੁਤ ਸਭ ਤੋਂ ਵੱਡੀ ਗਿਣਤੀ ਉਹਨਾਂ ਦੀ ਹੈਗੀ, 20 ਤੋਂ 30 ਸਾਲ ਵਾਲਿਆਂ ਦੀ। ਤਾਂ ਉਹਨਾਂ ਨੂੰ ਜਿਹੜੇ ਬੱਚੇ ਸਟੱਡੀ ਛੱਡ ਕੇ ਚਲੇ ਗਏ ਜਾਂ ਗਲਤ ਰਸਤੇ ਪੈ ਗਏ ਨੇ, ਉਹਨਾਂ ਨੂੰ ਮੁੜ ਲੀਹ 'ਤੇ ਲਿਆਉਣ ਦੇ ਲਈ ਉਹਨਾਂ ਦੀ ਸਟੱਡੀ ਦਾ ਅੱਗੇ ਇੰਤਜ਼ਾਮ, ਉਹਨਾਂ ਦੀ ਪੜ੍ਹਾਈ ਦਾ ਇੰਤਜ਼ਾਮ ਜੇਲ੍ਹਾਂ ਦੇ ਵਿੱਚ ਮੈਂ ਦੇਖਿਆ ਕਿ ਲਾਇਬ੍ਰੇਰੀਆਂ ਲਈ ਲੰਬੇ ਟਾਈਮ ਤੋਂ ਬਜਟ ਨਹੀਂ ਗਿਆ। ਸਾਨੂੰ ਉਹਨਾਂ ਨੂੰ ਪੜ੍ਹਨ ਦੀ ਆਦਤ ਪਾਉਣੀ ਪਏਗੀ। ਫਿਰ ਉਹਨਾਂ ਨੂੰ ਸਪਿਰਿਚੁਅਲ ਐਂਗਲ ਤੋਂ ਸਾਨੂੰ ਦੇਖਣਾ ਹੋਏਗਾ
ਕਿ ਸਾਨੂੰ ਯੋਗਾ ਦੀ ਕੋਈ ਐਕਟੀਵਿਟੀ ਹੋਏ, ਆਰਟ ਆਫ ਲਿਵਿੰਗ ਦੀ ਹੋਏ, ਹੋਰ ਐਕਟੀਵਿਟੀ ਜਿਹੜੀ ਵਧਾਉਣੀ ਹੋਏਗੀ, ਉਹਨਾਂ ਨੂੰ ਅਸੀਂ ਜੇ ਸਿੱਧੇ ਰਾਹ 'ਤੇ ਪਾਉਣਾ ਤਾਂ ਕਈ ਤਰ੍ਹਾਂ ਤੋਂ ਉਹਨਾਂ ਨੂੰ ਅਸੀਂ ਘੇਰਨਾ ਪਏਗਾ ਉਹਨਾਂ ਦੀ ਸਿਹਤ ਦਾ ਵੀ। ਜਿਹੜੇ ਨਸ਼ੇੜੀ ਆ ਉਹਨਾਂ ਲਈ ਨਸ਼ਾ ਛਡਾਊ ਕੇਂਦਰ ਆ ਜਿਹੜੇ ਜੇਲ੍ਹਾਂ ਦੇ ਅੰਦਰ ਚੱਲਣੇ ਚਾਹੀਦੇ ਆ। ਇੱਕ ਤਰ੍ਹਾਂ ਦਾ ਕਿ ਉਹਨਾਂ ਲਈ ਵੱਖਰੇ, ਜਿਵੇਂ ਹੁਣ ਸਟਾਫ ਹੈ ਜਿਹੜਾ ਡਿਪਿਊਟ ਕੀਤਾ ਜਾਂਦਾ ਹੈਲਥ ਡਿਪਾਰਟਮੈਂਟ ਦੇ ਵਿੱਚੋਂ, ਉਹਨਾਂ ਲਈ ਇੱਕ ਵੱਖਰਾ ਸਟਾਫ ਬਣ ਜੇ। ਬਿਲਕੁਲ, ਹੈਲਥ ਡਿਪਾਰਟਮੈਂਟ ਦਾ ਇੱਕ ਵੱਖਰਾ ਵਿੰਗ ਹੋਵੇ, ਜਿਹੜਾ ਕੇਡਰ ਹੋਵੇ, ਜਿਹੜਾ ਜੇਲ੍ਹਾਂ ਵਾਸਤੇ ਹੋਵੇ, ਜਿਸ 'ਚ ਡਾਕਟਰ ਹੋਣ, ਫਾਰਮਾਸਿਸਟ ਹੋਣ, ਇਸ ਤਰ੍ਹਾਂ ਦੀਆਂ ਹੋਰ ਉਹਨਾਂ ਨੂੰ ਸਹੂਲਤਾਂ ਦੇਣੀਆਂ ਹੋਣਗੀਆਂ। ਕੋਈ ਕਲਚਰ ਦੀ ਐਕਟੀਵਿਟੀ ਚੱਲਦੀ ਰਹੇ, ਉਹਨਾਂ ਲਈ ਟੋਟਲੀ ਜਿਹੜੀ ਮਾਨਵੀ ਪਹੁੰਚ ਅਖਤਿਆਰ ਕਰਕੇ ਅਸੀਂ ਜੇਲ੍ਹਾਂ ਨੂੰ ਸੱਚਮੁੱਚ ਜਿਹੜਾ ਅਸਲੀ ਸੁਧਾਰ ਘਰ 'ਚ ਤਬਦੀਲ ਕਰ ਸਕਦੇ ਹਾਂ। ਚਰਨਜੀਤ ਜੀ, ਹੋਰ ਇੱਕ ਮਸਲਾ ਜਿਹੜਾ ਜੇਲ੍ਹਾਂ 'ਚ ਅਕਸਰ ਦੇਖਣ ਨੂੰ ਮਿਲਦਾ ਵੀ ਕਿ ਜੇਲ੍ਹਾਂ 'ਚ ਜਿਹੜੇ ਬੰਦੀ ਆ ਉਹਨਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਵੀ ਕਿ ਉਹਨਾਂ ਨਾਲ ਜੇਲ੍ਹਾਂ 'ਚ ਜਿਹੜਾ ਹੈ ਕੁੱਟਮਾਰ ਕੀਤੀ ਜਾਂਦੀ ਹੈ, ਅਣਮਨੁੱਖੀ ਵਿਵਹਾਰ ਕੀਤਾ ਜਾਂਦਾ ਹੈ। ਅਸੀਂ ਜਾਣਨਾ ਚਾਹਾਂਗੇ ਇਸ 'ਚ ਕਿੰਨੀ ਕੁ ਸੱਚਾਈ ਹੈ? ਦੇਖੋ, ਇਹਦੇ ਵਿੱਚ ਸੱਚਾਈ ਦੇਖਣੀ ਹੋਵੇ ਤਾਂ ਅਸੀਂ ਜੇ ਮਨੁੱਖੀ ਅਧਿਕਾਰ ਕਮਿਸ਼ਨ ਹੈ, ਸਾਡੇ ਸਟੇਟ ਦੇ ਹੈਗੇ ਨੇ, ਨੈਸ਼ਨਲ ਕਮਿਸ਼ਨ ਹੈ, ਉਹਨਾਂ ਦੇ ਵਿੱਚ ਜਿਹੜੀਆਂ ਸ਼ਿਕਾਇਤਾਂ ਜਾ ਰਹੀਆਂ ਨੇ ਉਹਨਾਂ 'ਤੇ ਨਜ਼ਰ ਮਾਰੀਏ, ਜਾਂ ਅਦਾਲਤਾਂ ਦੇ ਵਿੱਚ ਕੇਸ ਜਾ ਰਹੇ ਨੇ, ਪਟੀਸ਼ਨਾਂ ਪੈ ਰਹੀਆਂ ਨੇ, ਉਹਨਾਂ 'ਤੇ ਨਜ਼ਰ ਮਾਰੀਏ ਤਾਂ ਇਹ ਗੱਲ 100% ਸਹੀ ਹੈਗੀ ਆ। ਦੇਖੋ, ਮਾਨਵੀ ਅਧਿਕਾਰ ਤਾਂ ਸਭ ਦੇ ਸਾਂਝੇ ਹੈਗੇ ਨੇ। ਹਰ ਕਿਸੇ ਨੂੰ ਰਾਈਟ ਟੂ ਲਿਵ ਹੈਗਾ, ਠੀਕ ਹੈ, ਹਰ ਕਿਸੇ ਨੂੰ ਰਾਈਟ ਟੂ ਫੂਡ ਹੈਗਾ। ਇਹਨਾਂ ਚੀਜ਼ਾਂ ਦਾ ਸਾਨੂੰ ਹਰ ਰਾਈਟ ਟੂ ਡਿਗਨਿਟੀ ਹੈ। ਚਾਹੇ ਕੋਈ ਬੰਦਾ ਅਪਰਾਧ ਕਰ ਲੈਂਦਾ ਹੈਗਾ, ਅਗਰ ਜੇਲ੍ਹ ਚਲਾ ਗਿਆ ਹੈਗਾ, ਪਰ ਤਾਂ ਰਾਈਟ ਟੂ ਡਿਗਨਿਟੀ ਤਾਂ ਹੈ। ਅਗਰ ਉਹਨੇ ਗੁਨਾਹ ਕੀਤਾ ਹੈ ਤਾਂ ਹੀ ਤਾਂ ਉਹ ਜੇਲ੍ਹ ਦੇ ਵਿੱਚ ਬੈਠਾ ਹੈ। ਕੋਰਟ ਨੇ ਉਹਨੂੰ ਕਸੂਰਵਾਰ ਠਹਿਰਾ ਕੇ ਜੇਲ੍ਹ ਭੇਜ ਦਿੱਤਾ, ਉਸਨੂੰ ਸਜ਼ਾ ਦੇ ਦਿੱਤੀ। ਇਸ ਕਰਕੇ ਜੇਲ੍ਹ ਦੇ ਵਿੱਚ ਅੰਦਰ ਵੀ ਤਾਂ ਉਹਦੇ ਰਾਈਟ ਥੋੜ੍ਹੇ ਮਰਦੇ ਨੇ। ਤਾਂ ਉਹਨਾਂ ਦੇ ਜਿਹੜੇ ਮਨੁੱਖੀ ਅਧਿਕਾਰ, ਉਹਨਾਂ ਦੇ ਜਿਹੜੇ ਆਪਾਂ ਅਕਸਰ ਦੇਖਦੇ ਹੈਗੇ, ਜਿਹੜਾ ਕਿ ਜੇਲ੍ਹ ਦਾ ਸਟਾਫ ਹੁੰਦਾ, ਜੇਲ੍ਹ ਦੇ ਅਧਿਕਾਰੀ ਹੈ, ਉਹ ਅਣਮਨੁੱਖੀ ਵਿਵਹਾਰ ਕਰਦੇ ਨੇ। ਕਿਉਂਕਿ ਤਾਂ ਵਿਚਾਰੇ ਜਿਹੜੇ ਲੋਕ ਮੋਸਟਲੀ ਅਪਰਾਧ ਦੀ ਜਗਤ ਵਿੱਚ ਉਤਰੇ ਹੁੰਦੇ ਨੇ, ਉਹ ਅਨਪੜ੍ਹਤਾ ਦਾ ਸ਼ਿਕਾਰ ਹੁੰਦੇ ਨੇ, ਗਰੀਬੀ ਦਾ ਸ਼ਿਕਾਰ ਹੁੰਦੇ ਨੇ, ਬੇਰੁਜ਼ਗਾਰੀ ਦੇ ਭੰਨੇ ਹੋਏ ਹੁੰਦੇ ਨੇ, ਤਾਂ ਹੀ ਇਸ ਰਾਹ ਪੈਂਦੇ ਨੇ। ਤਾਂ ਅੰਦਰ ਉਹਨਾਂ ਨਾਲ ਜਿਹੜਾ ਸੁਧਰਨ ਦੀ ਗੁੰਜਾਇਸ਼ ਹੁੰਦੀ ਹੈ, ਉਹ ਇਸ ਕਰਕੇ ਮਰ ਜਾਂਦੀ ਹੈ ਕਿ ਉਹਨਾਂ ਨਾਲ ਜਿਹੜਾ ਵਿਵਹਾਰ ਹੈ ਉਹ ਦੂਜੇ ਦਰਜੇ ਸ਼ਹਿਰੀ ਵਾਲਾ ਕੀਤਾ ਜਾਂਦਾ ਹੈਗਾ। ਉਹਨਾਂ ਨੂੰ ਮਨੁੱਖੀ ਨਹੀਂ ਸਮਝਿਆ ਜਾਂਦਾ। ਚਾਹੇ ਇਹ ਠੀਕ ਹੈ ਕਿ ਜੇਲ੍ਹਾਂ ਦੇ ਵਿੱਚ ਉਹਨੂੰ ਹਰ ਤਰ੍ਹਾਂ ਦੀ ਜਿਹੜੀ ਕਦੇ ਆਪਾਂ ਨੂੰ, ਜਿਵੇਂ ਖਾਣੇ ਦੀ ਗੱਲ ਹੈਗੀ ਹੈ, ਖਾਣਾ ਠੀਕ ਦਿੱਤਾ ਜਾਂਦਾ, ਪਰ ਫਿਰ ਵੀ ਵਿਤਕਰਾ ਤਾਂ ਹੁੰਦਾ ਹੈਗਾ। ਉਹਦੇ ਵਿੱਚ ਕਰਪਸ਼ਨ ਦੀ ਵੀ ਗੱਲ ਅਕਸਰ ਖਬਰਾਂ ਇਹ ਲੱਗਦੀਆਂ ਨੇ ਕਿ ਜਿੰਨਾ ਖਾਣਾ ਦਿੱਤਾ ਜਾਣਾ ਚਾਹੀਦਾ ਸੀ, ਜਿੰਨਾ ਉਹਨਾਂ ਨੂੰ ਪੇਸਟ ਦੇਣਾ ਹੁੰਦਾ, ਸਾਬਣ ਦੇਣਾ ਹੁੰਦਾ, ਕੱਪੜੇ ਨੂੰ ਦਿੱਤੇ ਨਹੀਂ ਜਾਂਦੇ, ਜਾਂ ਉਹਦੀ ਕੁਆਲਿਟੀ 'ਤੇ ਜਿਹੜਾ ਸ਼ੱਕ, ਉਂਗਲ ਹੈ ਜਿਹੜੀ ਉਹ ਧਰੀ ਜਾਂਦੀ ਹੈਗੀ ਹੈ। ਤਾਂ ਉਹਨਾਂ ਨਾਲ ਜਿਹੜਾ ਵਤੀਰਾ ਹੈ ਉਹ ਠੀਕ ਕਰਨਾ ਹੋਏਗਾ। ਉਹਨਾਂ ਪ੍ਰਤੀ ਜਿਹੜੀ ਸ਼ਬਦਾਵਲੀ ਯੂਜ਼ ਕੀਤੀ ਜਾਂਦੀ ਹੈ ਉਹ ਵੀ ਠੀਕ ਕਰਨੀ ਹੋਏਗੀ। ਇਹ ਠੀਕ ਹੈ ਕਿ ਜਿੱਥੇ ਸਖਤੀ ਦੀ ਲੋੜ ਹੈ, ਜਿਸ ਕਿਸਮ ਦੇ ਕੋਈ ਖਤਰਨਾਕ ਅਪਰਾਧੀ ਹੈ, ਉਸ ਤਰ੍ਹਾਂ ਦਾ ਉਹਨਾਂ ਦਾ ਵਰਤਾਓ ਕਰਨਾ ਚਾਹੀਦਾ, ਪਰ ਮਨੁੱਖੀ ਐਂਗਲ ਤੋਂ ਹਰ ਚੀਜ਼ ਨੂੰ ਜਿਹੜਾ ਉਹ ਲੈਣਾ ਚਾਹੀਦਾ। ਕਿਉਂਕਿ ਜੇ ਅਗਰ ਅਸੀਂ, ਸਾਡੀ ਪੰਜਾਬ ਦੀ ਆਪ ਸਰਕਾਰ ਇਹਨਾਂ ਜੇਲ੍ਹਾਂ ਨੂੰ ਵਿਗਾੜ ਘਰ ਤੋਂ ਸੁਧਾਰ ਘਰਾਂ ਦੇ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ, ਇੱਕ ਬਦਲਾਅ ਲਿਆਉਣਾ ਚਾਹੁੰਦੀ ਹੈ, ਤਾਂ ਇਹ ਗੱਲ ਜ਼ਰੂਰੀ ਹੋਏਗੀ ਕਿ ਇਸ ਕਿਸਮ ਦੇ ਪੈਂਤੜੇ ਫੌਰੀ ਲੈ ਜਾਣ, ਪੜਾਵਰ ਲੈ ਜਾਣ, ਇੱਕ ਲੰਬੀ ਨੀਤੀ ਬਣਾ ਕੇ ਲੈ ਜਾਣ, ਸਿਰਫ ਦਿਖਾਵੇ ਲਈ ਨਹੀਂ, ਕਿ ਜਿਹਦੇ ਨਾਲ ਜਦੋਂ ਅੰਦਰਲੇ ਬੰਦੇ ਹੈ ਉਹ ਆਟੋਮੈਟਿਕਲੀ ਸਮਾਜ ਦੀ ਮੁੱਖ ਧਾਰਾ ਦੇ ਵਿੱਚ ਸ਼ਾਮਲ ਹੋ ਜਾਣ, ਜਾਂ ਜਦੋਂ ਕੋਈ ਆਦਮੀ ਜੇਲ੍ਹ 'ਚੋਂ ਵਾਪਸ ਆਵੇ ਤਾਂ ਉਹ ਸਮਾਜ ਨੂੰ ਲੱਗੇ ਕਿ ਇਹਦੇ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਕਿਹਾ ਸੀ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।